ठाकुर तुम जियो पिंड सब तेरी रास। तुम मात पिता हम तुमरी कृपा मह। तुमरा अंत चेते ऊंचा भगवंत। सगल समगरी तुमरे सूत्र तारी। तुम ते होए सो तुमरी गत मित तुम ही जानी। सदा कुर्बानी। वाहिगुरु वाहिगुरु वाहिगुरु। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। फिरंगत गुर ते अमरदास रामदासी होई सहाय। अर्जन हर गोबिंद नौ सिमरो श्री हर राय। श्री हर कृष्ण ध्याइए जिस डिठे सब दुख जाए। तेग बहादुर सिमरिए कर नौ निध आवे ताए। सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत धन धन श्री गुरु ग्रंथ साहिब जी दे पाठ दीदार दा ध्यान धर के बोलो जी। पंजां प्यारियां चौहां साहिबजादियां 40 मुक्तियां हठियां जपियां तपियां। जिन्ना नाम जपिया वंड के छकिया। देख चलाई तेग वाही देख के अणडिठ कीता। तिन्हां प्यारियां सचियारियां दी कमाई दा ध्यान धर के खालसा जी बोलो जी। जिन्हां ਸਿੰਘਾਂ ਸਿੰਘਣੀਆਂ ने धर्म हेत ਸੀਸ ਦਿੱਤੇ। ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ। ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। चित आवन का सदका सर्ब सुख होवे। जहाँ जहाँ खालसा जी साहिब तहाँ तहाँ रछिया रियायत देग तेग फतेह। बिरद की पैज पंथ की जीत। श्री साहिब जी सहाय। खालसा जी के बोल बाले बोलो जी। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵੇਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ। ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਖੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਖੇ ਨਿਮਾਣਿਆਂ ਦੇ ਮਾਣੋ ਨਿਤਾਣਿਆਂ ਦੇ ਤਾਣੋ। ਨਿਓਟਿਆਂ ਦੀ ਓਟ
ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਅੰਦਰ ਨਾਮ ਸਿਮਰਨ, ਨਿਤਨੇਮ ਬਾਣੀਆਂ ਦੇ ਸੰਗਤੀ ਜਾਪ, ਆਸਾ ਕੀ ਵਾਰ, 6 ਪੌੜੀਆਂ ਆਨੰਦ ਸਾਹਿਬ ਜੀ ਦਾ ਹਰ ਜਸ ਕੀਰਤਨ ਹੋਇਆ। ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸਮੁੱਚੀ ਸੇਵਾ ਕਰਦਿਆਂ, ਸਰਵਨ ਕਰਦਿਆਂ, ਉੱਠਦਿਆਂ ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਪਾਤਸ਼ਾਹ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਦੂਰੋਂ ਨੇੜਿਓਂ ਆਈਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀ ਕਲਾ ਬਖਸ਼ਣੀ। ਪਾਤਸ਼ਾਹ ਜੀਓ, ਬੀਬੀ ਮਨਜੀਤ ਕੌਰ ਵੱਲੋਂ ਘਰ ਸੁਖ ਸ਼ਾਂਤੀ, ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਾਉਂਦੇ ਹਨ। ਘਰ ਤੋਂ ਦੇਗ ਦੀ ਸੇਵਾ ਹੋਈ। ਪਾਤਸ਼ਾਹ ਜੀਓ, ਸੇਵਾ ਥਾਈਂ ਪਾਉਣੀ, ਪਰਿਵਾਰ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਮਾਤਾ ਜਸਵੰਤ ਕੌਰ, ਕਾਕਾ ਲਾਵਿਸ਼ ਕੁਮਾਰ, ਕਾਕਾ ਲਵ ਦੇ ਅਰੋਗਤਾ ਲਈ ਅਰਦਾਸ ਬੇਨਤੀ ਕਰਾਉਂਦੇ ਹਨ। ਪਾਤਸ਼ਾਹ ਜੀਓ, ਕਿਰਪਾ ਕਰਨੀ, ਪਰਿਵਾਰਾਂ ਨੂੰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣੀਆਂ ਜੀ, ਚੜ੍ਹਦੀ ਕਲਾ ਬਖਸ਼ਣੀ। ਪਾਤਸ਼ਾਹ ਜੀਓ, ਸਮੂਹ ਸੰਗਤ ਪਰਿਵਾਰਾਂ ਬੱਚਿਆਂ ਤੇ ਮਿਹਰਾਮਤ ਭਰਿਆ ਹੱਥ ਰੱਖਣਾ। ਦੇਸ਼ਾਂ ਵਿਦੇਸ਼ਾਂ ਵਿੱਚ ਸਹਾਈ ਹੋਣਾ ਜੀ। ਅੰਗ ਸੰਗ ਹੋ ਕੇ ਹਰ ਪ੍ਰਕਾਰ ਦੀ ਰੱਖਿਆ ਸਹਾਇਤਾ ਕਰਨੀ। ਆਉਣ ਵਾਲਾ ਸਮਾਂ ਆਪਣੇ ਭਾਣੇ ਅੰਦਰ ਖੁਸ਼ੀਆਂ ਖੇੜਿਆਂ ਵਿੱਚ, ਚੜ੍ਹਦੀ ਕਲਾ ਵਿੱਚ, ਨਾਮ ਦੀ ਯਾਦ ਵਿੱਚ ਬਤੀਤ ਕਰਾਉਣਾ। ਪਾਤਸ਼ਾਹ ਜੀਓ, ਦਰ ਘਰ ਦੇ ਪ੍ਰੀਤਵਾਨ ਸੇਵਕ ਭਾਈ ਦਵਿੰਦਰ ਸਿੰਘ ਜੀ, ਪਾਤਸ਼ਾਹ ਜੀਓ, ਤਿੰਨਾਂ ਦੀ ਮਾਤਾ ਨੂੰ ਤੰਦਰੁਸਤੀ ਬਖਸ਼ਣੀ, ਅੰਗ ਸੰਗ ਸਹਾਈ ਹੋਣਾ ਜੀ, ਚੜ੍ਹਦੀ ਕਲਾ ਬਖਸ਼ਣੀ। ਪਾਤਸ਼ਾਹ ਜੀਓ, ਸੇਵਕ ਪਰਿਵਾਰਾਂ ਵੱਲੋਂ, ਸਮੂਹ ਸਾਧ ਸੰਗਤ ਵੱਲੋਂ ਕੜਾ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ, ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੀ। ਆਪ ਜੀ ਅਸੀਸ ਬਖਸ਼ੋ, ਇਲਾਹੀ ਹੁਕਮ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ। ਆਪ ਜੀ ਦੇ ਦਰ ਤੇ ਜੋ ਜੀਵ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੇ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ। ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਧੰਨ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਿਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਸੁਖ ਸਹਿਜ ਆਨੰਦ ਘਣੇ, ਗੁਰਪੂਰਾ ਪੂਰੀ ਜਾ ਕੀ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਰਹਾਓ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਬਿਦਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੱਜ ਦਾ ਇਹ ਮੁੱਖ ਵਾਕ
805 6 ਅੰਕ ਦੇ ਉੱਤੇ ਬਿਲਾਵਲ ਰਾਗ ਅੰਦਰ ਮਹਿਲਾ ਪੰਜਵਾਂ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ। ਹਜ਼ੂਰ ਆਖਦੇ ਨੇ, ਮਾਤ ਪਿਤਾ ਸੁਤ ਬੰਧਪ ਭਾਈ। ਮਾਤ ਪਿਤਾ, ਮਾਤਾ ਪਿਤਾ, ਸੁਤ, ਸੁਤ ਦਾ ਅਰਥ ਹੈ ਪੁੱਤਰ, ਧੀਆਂ ਪੁੱਤਰ। ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸਕਾ ਸੰਬੰਧੀ, ਤੇ ਭਾਈ ਦਾ ਅਰਥ ਆ ਭਰਾ। ਕਹਿੰਦੇ ਇਹ ਰਿਸ਼ਤੇਦਾਰ, ਇਹ ਧੀਆਂ ਪੁੱਤਰ, ਇਹ ਭੈਣ ਭਰਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। हे ਨਾਨਕ, ਜਿਵੇਂ ਇਹ ਆਪਣੇ ਭੈਣ ਭਰਾ ਸਹਾਇਕ ਹੁੰਦੇ ਆ, ਗੁਰੂ ਕਹਿੰਦੇ ਮੇਰਾ ਸਹਾਇਕ ਰੱਬ ਆ। ਨਾਨਕ, हे ਨਾਨਕ, ਹੋਵਾ ਪਾਰ ਬ੍ਰਹਮ ਸਹਾਇ। ਹੋਵਾ ਦਾ ਅਰਥ ਮੇਰਾ ਸਹਾਇਕ ਹੋਇਆ ਕੌਣ? ਪਾਰ ਬ੍ਰਹਮ, ਪਰਮਾਤਮਾ। ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਪ੍ਰਚਲਿਤ ਅਰਥ ਇਹੀ ਹੈ ਵੀ ਜਿਵੇਂ ਮਾਂ ਪਿਓ ਵਾ, ਭੈਣ ਭਰਾ ਵਾ, ਧੀਆਂ ਪੁੱਤਰ ਵਾ, ਜਿਵੇਂ ਇਹ ਸਹਾਇਕ ਹੁੰਦੇ ਆ, ਗੁਰੂ ਕਹਿੰਦੇ ਇਵੇਂ ਮੇਰਾ ਰੱਬ ਸਹਾਇਕ ਹੈ, ਮੇਰੀ ਸਹਾਇਤਾ ਉਹ ਕਰਦਾ। ਰੱਬ ਸਿੱਧੀ ਡਾਇਰੈਕਟ ਸਹਾਇਤਾ ਨਹੀਂ ਕਰਦਾ, ਪਰ ਇਹਦਾ ਜਿਹੜਾ ਅਰਥ ਹੈ ਨਾ, ਜਿਹੜਾ ਹੁਣ ਮੈਂ ਕਹਿਣ ਲੱਗਿਆ, ਉਹ ਸਾਨੂੰ ਕਿਤਾਬਾਂ ਚੋਂ ਨਹੀਂ ਮਿਲਦਾ। ਰੱਬ ਡਾਇਰੈਕਟ ਸਹਾਇਤਾ ਨਹੀਂ ਕਰਦਾ। ਜਦੋਂ ਵੀ ਰੱਬ ਸਹਾਇਤਾ ਕਰਦਾ ਹੈ, ਵਿੱਚ ਕੋਈ ਜਰੀਆ ਹੁੰਦਾ, ਕੋਈ ਸਾਧਨ ਹੁੰਦਾ, ਕੋਈ ਥਿਊਰੀ ਹੁੰਦੀ ਹੈ, ਕੋਈ ਪ੍ਰੋਸੈਸ ਹੁੰਦਾ ਹੈ, ਉਹਦੀ ਰਹੀ ਸਹਾਇਤਾ ਕਰਦਾ। ਮੈਂ ਇਸ ਸ਼ਬਦ ਦੇ ਅਰਥ ਇਹ ਕਰਦਾ ਸਾਧ ਸੰਗਤ ਕਿ ਜੇ ਮਾਂ ਪਿਓ ਵੀ ਦਿੱਤੇ ਆ ਨਾ, ਇਹ ਰੱਬ ਨਹੀਂ ਦਿੱਤੇ, ਭੈਣ ਭਰਾ, ਧੀਆਂ ਪੁੱਤਰ ਦਿੱਤੇ ਨੇ। ਜੇ ਅੱਜ ਕੋਈ ਧੀਆਂ ਪੁੱਤਰ ਸਹਾਇਤਾ ਕਰਦੇ ਆ ਤੇ ਅਸਲ ਵਿੱਚ ਉਹਨਾਂ ਵਿੱਚ ਰੱਬ ਵਸੇ, ਇਹ ਰੱਬ ਚਾਹੁੰਦਾ ਸੀ। ਜੇ ਮਾਂ ਪਿਓ ਸਹਾਇਕ ਨੇ ਸਾਧ ਸੰਗਤ, ਮਾਂ ਬੱਚੇ ਨੂੰ ਪਾਲਦੀ ਆ, ਤੇ ਇਹ ਰੱਬ ਨੇ ਚਾਹਿਆ ਸੀ। ਰੱਬ ਨੇ ਸਹਾਇਤਾ ਕੀਤੀ ਆ ਕਿਹਦੇ ਰਾਹੀਂ? ਮਾਂ ਪਿਓ ਦੇ ਰਾਹੀਂ। ਰੱਬ ਨੇ ਸਾਨੂੰ ਜਨਮ ਦਿੱਤਾ ਤੇ ਕਿਹਦੇ ਰਾਹੀਂ ਦਿੱਤਾ? ਮਾਂ ਪਿਓ ਦੇ ਰਾਹੀਂ ਦਿੱਤਾ। ਔਰ ਇਹ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਮਾਤ ਪਿਤਾ ਬਿਨ ਬਾਲ ਨਾ ਹੋਈ। ਤੇ ਮੈਂ ਕਈ ਵਾਰ ਇਹ ਗੱਲ ਕਹਿਣਾ ਹੁੰਦਾ ਹੈ ਵੀ ਜਿਸ ਰੱਬ ਨੇ ਸਾਨੂੰ ਜਨਮ ਦਿੱਤਾ ਹੈ, ਉਹ ਜਿਹੜਾ ਰੱਬ ਜਿਸ ਰੂਪ ਵਿੱਚ ਸੀ ਨਾ, ਉਹ ਮਾਂ ਦੇ ਰੂਪ ਵਿੱਚ ਸੀ। ਡਾਇਰੈਕਟ ਰੱਬ ਨੇ ਸਾਨੂੰ ਜਨਮ ਨਹੀਂ ਦਿੱਤਾ, ਭਾਵਾਂ ਕਿ ਸਾਰੀ ਖੇਡ ਰੱਬ ਦੀ ਆ। ਪੰਜ ਤੱਤ, ਮਾਂ ਪਿਓ, ਸਾਰਾ ਸੰਸਾਰ, ਧਨ ਪਦਾਰਥ, ਸਾਰਾ ਕੁਝ ਰੱਬ ਦਾ, ਖੇਡ ਰੱਬ ਦੀ ਆ। ਪਰ ਜਿਸ ਰੱਬ ਨੇ ਜਿਸ ਰੂਪ ਵਿੱਚ ਜਨਮ ਦਿੱਤਾ ਹੈ, ਉਹ ਜਿਹੜਾ ਰੂਪ ਸੀ ਨਾ ਰੱਬ ਦਾ, ਉਹ ਮਾਂ ਦੇ ਰੂਪ ਵਿੱਚ ਹੈ। ਜਿਸ ਨੇ ਸਾਨੂੰ ਜਨਮ ਦਿੱਤਾ ਔਰ ਜਨਮ ਤੋਂ ਬਾਅਦ ਸਾਨੂੰ ਦੁੱਧ ਪਿਆਇਆ, ਸਾਨੂੰ ਭੋਜਨ ਦਿੱਤਾ, ਸਾਨੂੰ ਪਾਲਿਆ, ਸਾਨੂੰ ਤੁਰਨਾ ਸਿਖਾਇਆ, ਸਾਨੂੰ ਬੋਲਣਾ ਸਿਖਾਇਆ, ਸਾਡੀ ਸੇਫਟੀ ਕੀਤੀ। ਬੱਚਾ ਅੱਗ ਵੱਲ ਜਾਂਦਾ ਸੀ, ਚੁੱਲ੍ਹੇ ਵੱਲ ਦੌੜਦਾ ਸੀ ਵੀ ਕੋਈ ਬੜਾ ਸੋਹਣੀ ਚੀਜ਼ ਹੈ ਜਿਹੜੀ ਚਮਕਦੀ ਪਈ ਹੈ। ਬੱਚਾ ਅੱਗ ਵੱਲ ਜਾਂਦਾ ਹੈ, ਮਾਂ ਰੋਕਦੀ ਹੈ, ਮਾਂ ਬਚਾਉਂਦੀ ਹੈ, ਮਾਂ ਉਹਦੀ ਸੇਫਟੀ ਹੈ, ਉਹਨੂੰ ਸੇਵ ਰੱਖਦੀ ਹੈ। ਅਸਲ ਵਿੱਚ ਇਹ ਰੱਬ ਚਾਹੁੰਦਾ ਸੀ। ਤੇ ਧਿਆਨ ਰੱਖਣਾ, ਜਿਸ ਨੇ ਸਾਨੂੰ ਬੋਲਣਾ ਸਿਖਾਇਆ, ਚੱਲਣਾ ਸਿਖਾਇਆ, ਤੁਰਨਾ ਸਿਖਾਇਆ, ਖਾਣਾ ਸਿਖਾਇਆ, ਸਾਨੂੰ ਸਰਦੀ ਗਰਮੀ ਤੋਂ ਬਚਾਇਆ, ਉਹ ਜਿਹੜਾ ਰੱਬ ਸੀ ਉਹ ਮਾਂ ਦੇ ਰੂਪ ਵਿੱਚ ਸੀ। ਭਾਵਾਂ ਕਿ ਮਾਂ ਰੱਬ ਨਹੀਂ ਹੈ, ਪਰ ਮਾਂ ਦੇ ਰੂਪ ਵਿੱਚ ਪਾਲਣਾ ਰੱਬ ਕਰ ਰਿਹਾ ਹੈ। ਇਸ ਲਈ ਜਿਹੜੇ ਇਹ ਭੈਣ ਭਰਾ, ਮਾਤਾ ਪਿਤਾ ਸਹਾਇਕ ਬਣੇ ਨੇ, ਇਹ ਰੱਬ ਕਰਕੇ ਆ। ਰੱਬ ਇਹਨਾਂ ਦੇ ਰਾਹੀਂ ਸਾਡੀ ਸਹਾਇਤਾ ਕਰਦਾ, ਦੁਨੀਆ ਦੇ ਰਾਹੀਂ, ਪਦਾਰਥਾਂ ਰਾਹੀਂ, ਜੀਵਾਂ ਰਾਹੀਂ ਰੱਬ ਸਹਾਇਤਾ ਕਰਦਾ ਹੈ। ਸਾਨੂੰ ਆਕਸੀਜਨ ਮਿਲਦੀ, ਅਸੀਂ ਜਿਉਂਦੇ ਆ, ਇਹ ਰੱਬ ਚਾਹੁੰਦਾ। ਹੁਣ ਇਹ ਜਿਹੜੇ ਰੁੱਖ ਨੇ, ਇਹ ਵੀ ਸਾਨੂੰ ਜਿਉਂਦਾ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਆ, ਅੰਮ੍ਰਿਤ ਵਰਗੀ ਹਵਾ ਦੇ ਰਹੇ ਆ।
ਇਹ ਰੱਬ ਹੀ ਸਹਾਇਕ ਹੈ ਨਾ ਜੀ। ਭਾਵਾਂ ਕਿ ਜਿਉਂਦੇ ਅਸੀਂ ਰੁੱਖਾਂ ਕਰਕੇ ਆ, ਪਰ ਇਹ ਜਿਹੜਾ ਰੁੱਖ ਆਕਸੀਜਨ ਦਿੰਦਾ ਹੈ, ਇਹ ਜਿਹੜਾ ਸਿਸਟਮ ਬਣਾਇਆ ਹੈ ਇਹ ਰੱਬ ਨੇ ਬਣਾਇਆ ਹੈ। ਬਸ ਰੱਬ ਚਾਹੁੰਦਾ ਸੀ, ਰੱਬ ਸਹਾਇਤਾ ਕਰਦਾ ਸੀ। ਰੱਬ ਨੇ ਸਹਾਇਤਾ ਕਿਵੇਂ ਕੀਤੀ? ਰੁੱਖਾਂ ਦੇ ਰਾਹੀਂ। ਸਾਨੂੰ ਭੋਜਨ ਚਾਹੀਦਾ ਹੈ, ਭੋਜਨ ਧਰਤੀ ਵਿੱਚ ਪਾ ਦਿੱਤਾ, ਧਰਤੀ ਵਿੱਚ ਅਨਾਜ ਪੈਦਾ ਹੁੰਦਾ ਹੈ। ਹੁਣ ਅਸੀਂ ਧਰਤੀ ਵਿੱਚੋਂ ਅਨਾਜ ਕੱਢ ਕੇ ਜਿਉਂਦੇ ਹਾਂ, ਪਰ ਕੌਣ ਚਾਹੁੰਦਾ ਸੀ? ਰੱਬ ਚਾਹੁੰਦਾ ਸੀ। ਰੱਬ ਨੇ ਇਵੇਂ ਇਨਡਾਇਰੈਕਟ ਸਹਾਇਤਾ ਕੀਤੀ ਸਾਡੀ। ਤੂੰ ਸਾਧ ਸੰਗਤ ਇਸੇ ਤਰ੍ਹਾਂ ਭੈਣ ਭਰਾਵਾਂ ਰਾਹੀਂ, ਆਪਣਿਆਂ ਰਾਹੀਂ ਰੱਬ ਸਹਾਇਕ ਬਣਦਾ ਆ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਉਹ ਸਹਾਇਕ ਆ ਸਾਡਾ, ਉਹ ਗੁਰੂ ਸਾਡਾ ਸਹਾਇਕ ਆ। ਭਾਈ ਨੰਦ ਲਾਲ ਜੀ ਨੇ ਅਰਬੀ ਫਾਰਸੀ ਦੇ ਵਿਦਵਾਨ, ਉਹਨਾਂ ਨੇ ਗੁਰੂ ਸਾਹਿਬਾਂ ਦੇ ਨਾਵਾਂ ਦੇ ਉੱਤੇ ਨਾ ਵਿਆਖਿਆ ਕੀਤੀ ਹੈ। ਨਾਮਾਂ ਦੀ 10 ਗੁਰੂ ਸਾਹਿਬਾਂ ਦੇ ਨਾਮ ਦੇ ਉੱਤੇ ਉਹਨੇ ਗਜ਼ਲਾਂ ਲਿਖੀਆਂ, ਉਹਨਾਂ ਨੇ ਵਿਆਖਿਆ ਕੀਤੀ ਨਾਮ ਦੀ। ਉਹ ਜਦੋਂ ਨਾਨਕ ਦਾ ਨਾਮ ਆਇਆ ਨਾ ਭਾਈ ਨੰਦ ਲਾਲ ਜੀ ਦੇ ਅੱਗੇ, ਉਹ ਕਹਿੰਦਾ ਆ ਵੀ ਕੱਲਾ ਨਾਨਕ 3 ਅੱਖਰਾਂ ਦਾ ਨਹੀਂ, ਇਹਦੇ ਵਿੱਚ ਹੋਰ ਮੈਨੂੰ ਰਹਿਮਤ ਨਜ਼ਰ ਆ ਰਹੀ ਆ। ਮੈਨੂੰ ਇਹਦੇ ਵਿੱਚ ਬਹੁਤ ਕੁਝ ਨਜ਼ਰ ਆ ਰਿਹਾ ਹੈ। ਕੀ ਨਜ਼ਰ ਆ ਰਿਹਾ ਹੈ? ਜਦੋਂ ਅਸੀਂ ਨਾਨਕ ਲਿਖਦੇ ਆ ਨਾ ਪੰਜਾਬੀ 'ਚ, ਨੰਨੇ ਨੂੰ ਕੰਨਾ, ਨੰਨਾ ਤੇ ਕੱਕਾ, ਨਾਨਕ ਇੰਜ ਹੀ ਪੈਂਦਾ ਨਾ। ਜਿਹੜੇ ਉਰਦੂ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਵੀ ਜਦੋਂ ਨੰਨਾ ਉਰਦੂ 'ਚ ਲਿਖਦੇ ਆ ਤੇ ਉਹਨੂੰ ਨੂਨ ਕਹਿੰਦੇ ਆ। ਜਦੋਂ ਉਰਦੂ 'ਚ ਨੰਨਾ ਲਿਖਦੇ ਆ ਉਹ ਨੂਨ ਬਣ ਜਾਂਦਾ। ਤੇ ਜਿਹੜੀ ਉਰਦੂ ਭਾਸ਼ਾ ਹੈ ਨਾ, ਇਹ ਅਰਬੀ ਫਾਰਸੀ ਦੇ ਵਿੱਚੋਂ ਜਨਮ ਲੈਂਦੀ ਹੈ, ਉਹਨਾਂ ਦੇ ਵਿੱਚੋਂ ਨਿਕਲਦੀ ਹੈ ਭਾਸ਼ਾ। ਪੰਜਾਬੀ ਦੇ ਨੇੜੇ ਆ, ਪੰਜਾਬੀ ਦੀ ਭੈਣ ਆ ਉਰਦੂ ਭਾਸ਼ਾ ਜਿਹੜੀ ਆ, ਇਹ ਭੈਣ ਨੇ, ਪਰ ਅਰਬੀ ਫਾਰਸੀ ਦੇ ਬੜੀ ਨੇੜੇ ਆ। ਤੇ ਧਿਆਨ ਰੱਖਣਾ, ਭਾਈ ਨੰਦ ਲਾਲ ਗਜ਼ਲ ਲਿਖਦੇ ਨੇ, ਉਹ ਕਹਿੰਦੇ ਨੇ ਹਰ ਦੋ ਨੂਨੇ ਦੋ ਨੰਨੇ। ਗੁਰੂ ਨਾਨਕ ਜਦੋਂ ਅਸੀਂ ਨਾਨਕ ਲਿਖਦੇ ਹਾਂ 2 ਨੰਨੇ ਪੈਂਦੇ ਨੇ। ਹਰ ਦੋ ਨੂਨੇ ਨਾਮ ਪਾਕਸ਼, ਕਹਿੰਦੇ ਇਹਨਾਂ ਵਿੱਚੋਂ ਨਾਮ ਪ੍ਰਕਾਸ਼ ਹੁੰਦਾ। ਇਹਨਾਂ ਵਿੱਚ 2 ਨੰਨਿਆਂ ਵਿੱਚੋਂ ਇੱਕ ਨਾਮ ਨਿਕਲਦਾ, ਇੱਕ ਵੱਡ, 2 ਵੱਡ ਨਿਕਲਦੇ ਨੇ। 2 ਨੰਨਿਆਂ ਵਿੱਚੋਂ 2 ਸ਼ਬਦ ਜਨਮ ਲੈਂਦੇ ਨੇ। ਕਿਹੜੇ ਜੀ? ਹਰ ਦੋ ਨੂਨੇ ਨਾਮ ਪਾਕਸ਼। ਕਿਹੜੇ ਜੀ? ਉਹ ਕਹਿੰਦੇ ਨੇ ਹਰ ਦੋ ਨੂਨੇ ਨਾਮ ਪਾਕਸ਼। ਉਹ ਹੁਣ 2 ਨੰਨੇ ਕਿਹੜੇ ਨੇ? ਹੁਣ ਦੇਖੋ ਜੀ, ਪਹਿਲਾ ਨੰਨਾ ਕਹਿੰਦਾ ਜੀ ਨੂਨ, ਤੇ ਨੂਨ ਤੋਂ ਬਣਿਆ ਨਾਈਮ। 2 ਜਿਹੜੇ ਨਾਮ ਪਾਕਸ਼ ਹੋਏ ਨਾ, ਉਹ ਹੈ ਨਾਈਮ। ਨੰਨੇ ਤੋਂ ਬਣਿਆ ਨਾਈਮ, ਤੇ ਨਾਈਮ ਦਾ ਅਰਥ ਹੁੰਦਾ ਨਿਆਮਤਾਂ ਵੰਡਣ ਵਾਲਾ। ਉਹ ਕਹਿੰਦੇ ਜਦੋਂ ਮੈਂ ਨਾਨਕ ਦਾ ਇੱਕ ਨੰਨਾ ਵੇਖਦਾ, ਨੂਨ ਬਣਿਆ ਤੇ ਨੂਨ ਤੋਂ ਬਣਿਆ ਨਾਈਮ, ਤੇ ਨਾਈਮ ਕਹਿੰਦਾ ਵੀ ਗੁਰੂ ਨਾਨਕ ਨਿਆਮਤਾਂ ਵੰਡਣ ਵਾਲੇ। ਉਹ ਕਹਿੰਦੇ ਨੂਨ ਤੋਂ ਬਣਿਆ ਨਸ਼ੀਰ, ਤੇ ਨਸ਼ੀਰ ਦਾ ਅਰਥ ਹੁੰਦਾ ਹੈ ਮਦਦਗਾਰ, ਸਹਾਇਕ। ਉਹ ਗੁਰੂ ਨਾਨਕ ਸਹਾਇਕ ਹੈ। ਦੂਜਾ ਨੰਨਾ ਕਹਿ ਰਿਹਾ ਗੁਰੂ ਨਾਨਕ ਸਹਾਇਕ ਹੈ। ਹਰ ਦੋ ਨੂਨੇ ਨਾਮ ਪਾਕਸ਼, ਨਾਈਮੋ ਨਸ਼ੀਰ। ਉਹ 2 ਨਾਮ ਕਿਹੜੇ ਪਾਕਸ਼ ਹੋਏ? ਨਾਈਮੋ ਤੇ ਨਸ਼ੀਰ। ਨਾਈਮ ਦਾ ਅਰਥ ਹੈ ਨਿਆਮਤਾਂ ਵੰਡਣ ਵਾਲਾ, ਤੇ ਨਸ਼ੀਰ ਦਾ ਅਰਥ ਹੁੰਦਾ ਹੈ ਉਹ ਸਹਾਇਕ ਆ, ਉਹ ਮਦਦਗਾਰ ਹੈ, ਉਹ ਸਹਾਇਕ ਆ। ਅਲਫ ਮਿਆਨਾ, ਜਦੋਂ ਨਾ ਅਸੀਂ ਨੰਨੇ ਨੂੰ ਕੰਨਾ ਪਾਉਂਦੇ ਆ, ਕੰਨਾ ਤੇ ਅਲਫ ਉਰਦੂ ਦਾ ਪਹਿਲਾ ਅੱਖਰ ਆ ਅਲਫ, ਅਲਫ ਬੇ ਭੇ। ਤੇ ਅਲਫ ਦੀ ਜਿਹੜੀ ਸ਼ਕਲ ਆ ਨਾ ਉਹ ਕੰਨੇ ਵਰਗੀ ਆ, ਇੱਕ ਵਰਗੀ। ਅਲਫ ਮਿਆਨਾ, ਕਹਿੰਦੇ ਅਲਫ ਦਾ ਮਹੀਨਾ ਨਿਕਲਦਾ ਹੈ। ਅਲਫ ਦਾ ਮਹੀਨਾ ਪਤਾ ਕੀ ਆ? ਉਹਦਾ ਮੀਨਿੰਗ ਕੀ ਹੈ, ਉਹਦਾ ਮਤਲਬ ਕੀ ਆ? ਅਲਫ ਮਿਆਨਾ ਅਹਿਦ ਕਾਫ, ਤੇ ਆਖਰੀ ਨੰਨੇ ਨੂੰ ਪੈਂਦਾ ਨਾ ਕੱਕਾ, ਕੱਕੇ ਤੋਂ ਬਣਦਾ ਕਾਫ। ਉਰਦੂ ਦਾ ਇੱਕ ਅੱਖਰ ਆ ਕੱਕਾ, ਜਦੋਂ ਪਾਉਣਾ ਹੋਵੇ ਉਰਦੂ ਚ ਉਹਨੂੰ ਕਹਿੰਦੇ ਨੇ ਕਾਫ।
ਉਹ ਕਹਿੰਦੇ ਨੇ ਜਿਹੜਾ ਕੰਨਾ ਵਾ ਉਹ ਅਲਫਿਆ, ਉਹ ਇੱਕ ਵਰਗਾ ਹੈ ਵੀ ਗੁਰੂ ਨਾਨਕ ਇੱਕ ਦੇ ਨੇ ਤੇ ਇੱਕ ਦੀ ਗੱਲ ਕਰਦੇ ਆ, ਇੱਕ ਓੰਕਾਰ ਦੀ ਗੱਲ ਕਰਦੇ ਆ। ਤੇ ਕਾਫ ਤੋਂ ਕੱਕੀ ਤੋਂ ਬਣਿਆ ਕਾਫ, ਕਾਫ ਦਾ ਇੱਕ ਵੱਡ ਨਿਕਲਿਆ ਕਬੀਰ, ਤੇ ਕਬੀਰ ਦਾ ਅਰਥ ਹੁੰਦਾ ਵੱਡਾ। ਭਗਤਾਂ ਦੇ ਵਿੱਚੋਂ ਕਬੀਰ ਸਾਹਿਬ ਨੂੰ ਵੀ ਅਸੀਂ ਵੱਡਾ ਕਹਿ ਦਿੰਦੇ ਹਾਂ, ਪਰ ਬਾਣੀ ਵਿੱਚ ਕਬੀਰ ਰੱਬ ਲਈ ਆਇਆ ਹੈ, ਭਗਤ ਕਬੀਰ ਲਈ ਵੀ ਆਇਆ ਹੈ। ਕਬੀਰ ਸ਼ਬਦ ਰੱਬ ਲਈ ਆਇਆ ਹੈ ਤੇ ਕਬੀਰ ਦਾ ਅਰਥ ਹੁੰਦਾ ਹੈ ਕਿ ਰੱਬ ਵੱਡਾ ਆ, ਉਹ ਕਬੀਰ ਆ, ਉਹ ਵੱਡਾ ਹੈ, ਉਹ ਵੱਡਾ ਹੈ। ਅਲਫ ਮਿਆਨਾ ਅਹਿਦ ਕਾਫ ਆਖਰੀ ਰਾ ਕਬੀਰ, ਤੇ ਕਬੀਰ ਦਾ ਅਰਥ ਹੈ ਵੀ ਗੁਰੂ ਨਾਨਕ ਸਭ ਤੋਂ ਵੱਡੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੋ ਬਚਨ ਆਇਆ ਸੀ ਤੇ ਮੈਂ ਇਹ ਗਜ਼ਲ ਤਾਂ ਤੁਹਾਡੇ ਸਾਹਮਣੇ ਰੱਖੀ ਆ ਕਿ ਉਹ ਸਹਾਇਕ ਆ। ਨਾਨਕ ਹੋਵਾ ਪਾਰ ਬ੍ਰਹਮ ਸਹਾਈ, ਸਹਾਈ ਦਾ ਅਰਥ ਸਹਾਇਤਾ ਕਰਨ ਵਾਲਾ, ਸਹਾਇਕ, ਮਦਦਗਾਰ। ਤੇ ਅਗਲਾ ਬਚਨ ਆ ਜੀ, ਸੁਖ ਸਹਿਜ ਆਨੰਦ ਘਣੇ। ਜਦੋਂ ਉਸ ਰੱਬ ਦੀ ਕਿਰਪਾ ਹੋਈ ਨਾ ਸਾਧ ਸੰਗਤ, ਤੇ ਸਤਿਗੁਰੂ ਦੀ ਰਹਿਮਤ ਵਿੱਚੋਂ ਕਹਿੰਦੇ ਸੁਖ ਪ੍ਰਾਪਤ ਹੋਇਆ, ਸਹਿਜ ਪ੍ਰਾਪਤ ਹੋਇਆ, ਆਨੰਦ ਘਣੇ, ਘਣੇ ਦਾ ਅਰਥ ਜ਼ਿਆਦਾ, ਬਹੁਤ ਆਨੰਦ ਪ੍ਰਾਪਤ ਹੋਏ, ਸੁਖ ਮਿਲਿਆ, ਸਹਿਜ ਮਿਲਿਆ, ਪਰ ਜ਼ਿਆਦਾ ਮਿਲਿਆ, ਕਿਉਂਕਿ ਉਹਦੀ ਹੁਣ ਕਿਰਪਾ ਹੋ ਗਈ। ਗੁਰਪੂਰਾ ਪੂਰੀ ਜਾਕੀ ਬਾਣੀ, ਉਹ ਆਪ ਵੀ ਪੂਰਾ ਗੁਰੂ ਆ, ਅਧੂਰਾ ਨਹੀਂ, ਉਹਦੇ ਚ ਕੋਈ ਕਮੀ ਨਹੀਂ, ਘਾਟ ਨਹੀਂ, ਖਾਮੀ ਨਹੀਂ, ਉਹ ਕੰਪਲੀਟ ਆ। ਰੱਬ ਪੂਰਾ ਗੁਰੂ ਆ ਜੀ। ਦੁਨੀਆ ਦੇ ਇੱਟ ਚੁੱਕੀਆਂ ਜਿਹੜੇ ਗੁਰੂ ਮਿਲਦੇ ਆ ਨਾ, ਉਹ ਅਧੂਰੇ ਨੇ। ਦੁਨੀਆ ਦੇ 99% ਗੁਰੂ ਐਸੇ ਮਿਲਣਗੇ ਜਿਹੜੇ ਕੇਵਲ ਲਿਬਾਸ ਦੇ ਵਿੱਚ ਠੱਗ ਲੋਕ ਨੇ, ਜਿਹੜੇ ਕੇਵਲ ਸ਼ੋਸ਼ਣ ਕਰਨਾ ਜਾਣਦੇ ਨੇ, ਲੁੱਟਣਾ ਜਾਣਦੇ ਨੇ, ਬਣਾਉਣਾ ਜਾਣਦੇ ਆ। ਹਾਂ, 100 ਦੇ ਵਿੱਚੋਂ ਕੀ ਇੱਕ ਬੰਦਾ ਚੰਗਾ ਵੀ ਹੋ ਸਕਦਾ ਹੈ ਜਿਹੜਾ ਮਨੁੱਖਤਾ ਦਾ ਭਲਾ ਚਾਹੁੰਦਾ ਹੈ। ਹੁਣ ਜਦੋਂ ਮਹਿੰਗਾਈਆਂ ਦੀ ਗਰੀਬਾਂ ਨੂੰ ਮਾਰ ਪਈ, ਅਤਿਆਚਾਰ ਹੋਇਆ, ਜ਼ੁਲਮ ਹੋਏ, ਦੰਗੇ ਹੋਏ, ਕਿਸੇ ਮਹਾਂਪੁਰਸ਼ ਨੇ ਅੱਗੇ ਹਾਂ ਦਾ ਨਾਰਾ ਮਾਰਿਆ? ਜੇ ਨਹੀਂ ਮਾਰਿਆ ਨਾ ਤੇ ਪਖੰਡੀ ਜੇ। ਜਦੋਂ ਬਾਬਰ ਨੇ ਜ਼ੁਲਮ ਕੀਤਾ ਸੀ, ਬਾਬਰ ਨੇ ਆ ਕੇ ਕਤਲੇਆਮ ਕੀਤਾ ਸੀ ਨਾ, ਇਹ 4 ਸ਼ਬਦ ਗੁਰਬਾਣੀ ਵਿੱਚ ਸਬੂਤ ਆ ਤੁਹਾਡੇ ਕੋਲ। ਉਦੋਂ ਬਾਬਰ ਨੂੰ ਜ਼ਾਬਰ ਕਿਹੜੇ ਬਾਬੇ ਨੇ ਕਿਹਾ ਸੀ ਭਲਾ? ਕਿਹੜੇ ਗੁਰੂ ਨੇ, ਕਿਹੜੇ ਡੇਰੇਦਾਰ ਨੇ ਕਿਹਾ ਸੀ? ਬੜੇ ਉਦੋਂ ਵੀ ਡੇਰੇ ਸੀ, ਬੜੇ ਮਹਾਂਪੁਰਸ਼ ਸੀ ਉਦੋਂ ਵੀ, ਇਸਲਾਮ ਦੇ ਵਿੱਚ ਵੀ ਸੀ, ਹਿੰਦੂ ਧਰਮ ਵਿੱਚ ਸੀ, ਪੰਜਾਬ ਦੇ ਵਿੱਚ ਵੀ ਸੀ, ਬੜੇ ਲੋਕ ਸੀ ਉਦੋਂ, ਬੜੇ ਮਹਾਂਪੁਰਸ਼ ਸਨ ਰੱਬ ਦੀ, ਜਿਹਨੂੰ ਲੋਕ ਕਹਿੰਦੇ ਸੀ ਇਹ ਤੇ ਰੱਬ ਆ ਸਾਡਾ। ਪਰ ਜਦੋਂ ਬਾਬਰ ਨੇ ਆ ਕੇ ਦੁਨੀਆ ਦੇ ਸਿਰ ਵੱਡੇ, ਕਤਲੇਆਮ ਕੀਤਾ, ਰੇਪ ਕੀਤੇ, ਲੋਕਾਂ ਦੇ ਘਰ ਘਾਟ ਸਾੜ ਦਿੱਤੇ, ਉਜਾੜ ਦਿੱਤੇ, ਉਦੋਂ ਕੱਲਾ ਬਾਬਾ ਨਾਨਕ ਜਿਹੜਾ ਸੱਚਾ ਹਮਦਰਦ ਸੀ ਮਨੁੱਖਤਾ ਦਾ, ਉਹਨੇ ਕਿਹਾ ਸੀ ਬਾਬਰ ਤੂੰ ਜਾਬਰ ਏ ਤੇ ਜ਼ਾਲਮ ਬਣ ਕੇ ਇਹਨਾਂ ਵਿਚਾਰਿਆਂ ਲੋਕਾਂ ਤੇ ਜ਼ੁਲਮ ਨਾ ਕਰ। ਤੈਨੂੰ ਕੋਈ ਕਮੀ ਆ? ਤੇਰੇ ਕੋਲ ਬਹੁਤ ਕੁਝ ਆ ਤੇ ਤੂੰ ਇਹਨਾਂ ਹਿੰਦੁਸਤਾਨ ਦੇ ਉੱਤੇ ਜ਼ੁਲਮ ਕਰਦਾ ਪਿਆ। ਹਿੰਦੁਸਤਾਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ 2 ਵਾਰ ਵਰਤਿਆ। ਪਹਿਲੀ ਵਾਰ ਹਿੰਦੁਸਤਾਨ ਦੀ ਕਿਸੇ ਗ੍ਰੰਥ ਨੂੰ ਪੜ੍ਹ ਲਓ, ਹਿੰਦੁਸਤਾਨ ਸ਼ਬਦ ਨਹੀਂ ਆਏਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬੇ ਨਾਨਕ ਨੇ ਸ਼ਬਦ ਵਰਤੇ ਤੇ ਬਚਨ ਵਰਤਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਖੁਰਾਸਾਨ ਉਸ ਇਲਾਕੇ ਦਾ ਨਾਮ ਹੈ ਜਿੱਥੋਂ ਆਇਆ ਹੈ ਬਾਬਰ। ਇਹ ਬਾਬਰ ਖੁਰਾਸਾਨ ਤੋਂ ਚੱਲਦਾ ਹੈ ਤੇ ਜਿਹੜੀ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਹੈ ਨਾ, ਉੱਥੇ ਸਟੇ ਕਰਦਾ ਤੇ ਕਾਬਲ ਦੇ ਵਿੱਚ ਬਹਿ ਕੇ ਸਟੇ ਜਦੋਂ ਕਰਦਾ ਨਾ, ਉਹ ਬਹਿ ਕੇ ਤੇ ਉੱਥੇ ਪਲਾਨ ਕਰਦਾ ਵੀ ਕਿਵੇਂ ਕਰਨਾ, ਕਿਵੇਂ ਲੁੱਟਣਾ, ਕਿਵੇਂ ਮਾਰਨਾ, ਕਿਵੇਂ ਕਤਲ ਕਰਨਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜ਼ੋਰੀ ਮੰਗੇ ਦਾਨ ਵੇ ਲਾਲੋ। ਕਾਬਲ ਸ਼ਹਿਰ ਦੇ ਵਿੱਚ ਪਲਾਨ ਕਰਕੇ ਉੱਥੋਂ ਚੱਲਦਾ
ਤੇ ਇਹ ਹੈ ਕਿੱਥੋਂ ਦਾ ਸੀ? ਖੁਰਾਸਾਨ ਇਲਾਕੇ ਦਾ। ਖੁਰਾਸਾਨ ਖਸਮਾਨਾ ਕੀਆ। ਖਸਮਾਨਾ ਦਾ ਅਰਥ ਹੈ ਖਸਮ, ਤੇ ਖਸਮ ਦਾ ਅਰਥ ਕੀ ਹੈ? ਮਾਲਕ, ਪਤੀ। ਖੁਰਾਸਾਨ ਦਾ ਖਸਮ, ਖੁਰਾਸਾਨ ਦਾ ਮਾਲਕ ਬਾਬਰ ਬਾਦਸ਼ਾਹ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਕਹਿੰਦੇ ਉਹਨੇ ਹਿੰਦੁਸਤਾਨ ਸਾਰੇ ਦੇਸ਼ ਨੂੰ ਡਰਾ ਦਿੱਤਾ, ਧਮਕਾ ਦਿੱਤਾ, ਅੰਦਰ ਵਾੜ ਦਿੱਤਾ, ਲੁੱਟ ਲਿਆ, ਸਾੜ ਦਿੱਤਾ, ਮਾਰ ਦਿੱਤਾ। ਹਜ਼ਾਰਾਂ ਲੱਖਾਂ ਬਾਬਿਆਂ ਦੇ ਵਿੱਚੋਂ ਕਿਹੜਾ ਬਾਬਾ ਕਹਿੰਦਾ ਸੀ ਉਹ ਤੂੰ ਜ਼ੁਲਮ ਕਰ ਰਿਹਾ? ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹੜਾ ਕਹਿਣ ਵਾਲਾ ਸੀ ਵੀ ਤੂੰ ਜ਼ੁਲਮ ਕਰ ਰਿਹਾ? ਤੁਹਾਡਾ ਇਤਿਹਾਸ ਗੁਰੂ ਨਾਨਕ ਦਾ, ਤੁਹਾਡੀ ਵਿਰਾਸਤ ਏਡੀ ਅਮੀਰ, ਏਡੇ ਬੱਬਰ ਸ਼ੇਰ ਦੇ ਤੁਸੀਂ ਵਾਰਿਸ, ਗੁਰੂ ਨਾਨਕ ਦੇ ਤੁਸੀਂ ਵਾਰਿਸ ਹੋ ਸਾਧ ਸੰਗਤ। ਤੇ ਅੱਜ ਕੋਈ ਜ਼ੁਲਮ ਕਰਦਾ ਹੋਏ ਤੇ ਅਸੀਂ ਅੰਦਰ ਵੜ ਜਾਈਏ ਉਹਦੇ ਵਾਰਿਸ? ਜਿਹੜਾ ਬੱਬਰ ਸ਼ੇਰ ਸੀ, ਜਿਨੇ ਬਾਬਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਸੀ ਤੂੰ ਜ਼ਾਲਮ ਹੈ, ਮੇਰਾ ਇਹਨਾਂ ਲੋਕਾਂ ਨਾਲ ਕੋਈ ਰਿਸ਼ਤਾ ਨਹੀਂ, ਪਰ ਮੈਂ ਤੇਰੇ ਜ਼ੁਲਮ ਨੂੰ ਦੇਖ ਕੇ ਚੁੱਪ ਨਹੀਂ ਰਹਿ ਸਕਦਾ। ਇਹ ਹਜ਼ਾਰਾਂ ਬਾਬੇ ਆਪਣੇ ਡੇਰਿਆਂ 'ਚ ਚੁੱਪ ਕਰਕੇ ਬੈਠੇ ਆ, ਪਰ ਮੈਂ ਨਹੀਂ ਚੁੱਪ ਕਰਾਂਗਾ। ਉਹਨੇ ਗੁਰੂ ਨਾਨਕ ਨੂੰ ਕੈਦ ਕੀਤਾ। ਗੁਰੂ ਨਾਨਕ ਦੀ ਅਜ਼ਮਤ ਵੇਖ ਕੇ ਹੱਥ ਜੋੜ ਕੇ ਕਿਹਾ ਵੀ ਮੈਂ ਗਲਤੀ ਕਰ ਬੈਠਾ, ਤੁਹਾਨੂੰ ਕੈਦ ਨਹੀਂ ਸੀ ਕਰਨਾ। ਸਾਧ ਸੰਗਤ, ਜਦੋਂ ਭਾਈ ਗੁਰਦਾਸ ਗੁਰੂ ਨਾਨਕ ਨੂੰ ਲਿਖਦੇ ਆ ਨਾ, ਤੇ ਬੱਬਰ ਸ਼ੇਰ ਕਹਿੰਦੇ ਆ। ਉਹ ਸ਼ੇਰ ਸੀ ਸਾਡਾ, ਜਿਹੜਾ ਪੁਰਖਾ ਸੀ ਨਾ, ਸਾਡਾ ਪੁਰਖਾ, ਸਾਡਾ ਵੱਡ ਵਡੇਰਾ ਗੁਰੂ ਨਾਨਕ, ਉਹ ਸ਼ੇਰ ਸੀ ਸਾਧ ਸੰਗਤ। ਤੇ ਅੱਜ ਕੀ ਹੁੰਦਾ ਹੈ? ਅੱਜ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਡਰ ਰਹੇ ਹਾਂ। ਉਹ ਕਿਸੇ ਨੇ ਸੜਕ ਦੇ ਉੱਤੇ ਗਲੀ 'ਚ ਦਾਣੇ ਖਿਲਾਰੇ ਹੋ ਨਾ, ਉਹ ਦਾਲ ਦੇ, ਮਾਵਾਂ ਦੇ ਜਾਂ ਸਰੋਂ ਦੇ, ਤੇ ਇੱਕ ਨਾਰੀਅਲ ਰੱਖਿਆ ਹੋਵੇ, ਉਹ ਗਲੀ 'ਚ ਲੋਕ ਲੰਘਦੇ ਨੇ। ਬੱਬਰ ਸ਼ੇਰ ਦੀ ਵਾਰਿਸ ਉਹ ਇੱਕ ਨਾਰੀਅਲ ਨੂੰ ਵੇਖ ਕੇ ਡਰੀ ਜਾਂਦੇ ਆ, ਧਾਗੇ ਤਵੀਤਾਂ ਨੂੰ ਵੇਖ ਕੇ ਡਰੀ ਜਾਂਦੇ ਆ, ਬਿੱਲੀ ਨੂੰ ਵੇਖ ਕੇ ਕਹਿੰਦੇ ਰਸਤਾ ਕੱਟ ਗਈ ਹੈ, ਡਰੀ ਜਾਂਦੇ ਆ। ਤੇ ਭਾਈ ਗੁਰਦਾਸ ਦੀ ਇੱਕ ਪੰਕਤੀ ਆ ਜਿਹਦੇ ਵਿੱਚ ਗੁਰੂ ਨਾਨਕ, ਵੈਸੇ ਕਈ ਥਾਵਾਂ ਤੇ ਕਿਹਾ, ਉਹ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਸਿੰਘ ਦਾ ਅਰਥ ਹੈ ਸ਼ੇਰ, ਬੁੱਕੇ ਦਾ ਜਦੋਂ ਸ਼ੇਰ ਬੁੱਕਦਾ, ਸ਼ੇਰ ਗੱਜਦਾ, ਤੇ ਜਿਹੜੇ ਹਿਰਨ ਆ ਉਹ ਦੌੜ ਜਾਂਦੇ ਆ, ਉਹਨਾਂ ਦੀਆਂ ਡਾਰਾਂ, ਉਹਨਾਂ ਦੇ ਝੁੰਡ ਭੱਜ ਜਾਂਦੇ ਆ। ਉਹ ਭਾਈ ਗੁਰਦਾਸ ਗੁਰੂ ਨਾਨਕ ਨੂੰ ਸ਼ੇਰ ਲਿਖਦੇ ਆ। ਉਹ ਭਾਵਾਂ ਅਰਬ ਕੰਟਰੀ ਸੀ, ਭਾਵਾਂ ਇੱਧਰ ਉੜੀਸਾ ਵਾਲੀ ਸਾਈਡ ਸੀ, ਜਿੱਥੇ ਵੀ ਗਏ, ਭਾਵਾਂ ਸ਼ਮੇਰ ਪਰਬਤ ਸੀ, ਗੁਰੂ ਨਾਨਕ ਸਾਹਿਬ ਨੇ ਅੱਖਾਂ 'ਚ ਅੱਖਾਂ ਪਾ ਕੇ ਖਲੋ ਕੇ ਗੱਲਾਂ ਕੀਤੀਆਂ। ਤੋ ਸਾਧ ਸੰਗਤ, ਇੰਨਾ ਜ਼ੁਲਮ ਹੋਵੇ ਤੇ ਜਿਹੜੇ ਕਹਿੰਦੇ ਆ ਵੀ ਇਹ ਰੱਬ ਦੀ ਮੂਰਤ ਹੈ, ਇਹ ਮਹਾਂਪੁਰਸ਼ ਆ, ਵੀ ਉਹਨਾਂ ਨੂੰ ਕੋਈ ਮਨੁੱਖਤਾ ਨਾਲ ਕੋਈ ਹਮਦਰਦੀ ਕੋਈ ਨਹੀਂ। ਮਹਿੰਗਾਈ ਇੰਨੀ ਵੱਧ ਜਾਏ, ਪੈਟਰੋਲ ਤੇਲ ਮਹਿੰਗਾ ਹੋ ਜਾਏ, ਸਿਲੰਡਰ ਮਹਿੰਗਾ ਹੋ ਜਾਏ, ਸਬਜ਼ੀ ਮਹਿੰਗੀ ਹੋ ਜਾਏ, ਅਨਾਜ ਮਹਿੰਗਾ ਹੋ ਜਾਏ, ਰਾਜਨੀਤਿਕ ਤੋਂ ਲੋਕ ਫਿਰ ਵੀ ਸਾਹਮਣੇ ਆ ਕੇ ਆ ਜਾਂਦੇ ਨੇ। ਰਾਜਨੀਤਿਕ ਲੋਕ ਫਿਰ ਵੀ ਆ ਕੇ, ਭਾਵੇਂ ਉਹ ਪਾਰਟੀਬਾਜ਼ੀ ਆਪਣਾ ਮਤਲਬ ਹੀ ਕੱਢਦੇ ਨੇ, ਪਰ ਫਿਰ ਵੀ ਆ ਕੇ ਤੇ ਕਹਿ ਦਿੰਦੇ ਆ ਨਾ ਝੂਠਾ ਸੱਚਾ ਵੀ ਇੰਨੀ ਮਹਿੰਗਾਈ ਕਰ ਰਹੇ ਹੋ ਤੁਸੀਂ। ਇਹ ਮਹਾਂਪੁਰਸ਼ ਤਾਂ ਸਾਡੇ ਹਮਦਰਦ, ਜਿਹਨੂੰ ਅਸੀਂ ਹਮਦਰਦ ਕਹਿੰਦੇ ਆ, ਇਹ ਤੇ ਗੱਲ ਕਹਿੰਦੇ ਨਹੀਂ, ਪਰ ਅਸੀਂ, ਸਾਡਾ ਸਮਾਜ ਅਜੇ ਵਿਕਸਿਤ ਨਹੀਂ, ਅਜੇ ਭੋਲਾ ਆ ਸਮਾਜ। ਇੱਕ ਪਾਸੇ ਚਲਾਕੀ ਕਰ ਲੈਂਦਾ, ਦੂਜੇ ਪਾਸੇ ਦੂਸਰੇ ਕੋਲੋਂ, ਚਲਾਕ ਬੰਦੇ ਕੋਲੋਂ ਆਪਣਾ ਆਪ ਲੁਟਾ ਲੈਂਦਾ। ਤੋ ਸਾਧ ਸੰਗਤ, ਆਓ ਗੁਰੂ ਕਹਿੰਦੇ ਆ ਸੁਖ ਸਹਿਜ ਆਨੰਦ ਘਣੇ, ਗੁਰਪੂਰਾ ਪੂਰੀ ਜਾਕੀ ਬਾਣੀ। ਉਹ ਪੂਰਾ ਗੁਰੂ ਆ, ਉਹਦੀ ਬਾਣੀ ਵੀ ਪੂਰੀ ਆ, ਉਹ ਆਪ ਗੁਣਵਾਨ ਹੈ, ਉਹਦੀ ਬਾਣੀ ਵੀ ਗੁਣਾਂ ਨਾਲ ਭਰਪੂਰ ਆ। ਪੂਰਾ ਰੱਬ ਵੀ ਪੂਰਾ, ਉਹਦੀ ਬਾਣੀ ਵੀ ਪੂਰੀ। ਪੂਰਾ ਗੁਰ ਪੂਰੀ ਜਾਕੀ ਬਾਣੀ, ਉਹਦੀ ਬਾਣੀ ਪੂਰੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ, ਉਹਦੇ ਅਨੇਕਾਂ ਗੁਣ ਆ, ਉਹਦੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਅਨੇਕ ਗੁਣਾ, ਅਨੇਕਾਂ ਗੁਣ ਉਹਦੇ, ਬੇਅੰਤ ਗੁਣ ਉਹਦੇ, ਤੇ ਜਾ ਕੇ ਜਾਹੇ ਨਾ ਗਣੇ, ਗਿਣੇ ਨਹੀਂ ਜਾ ਸਕਦੇ। ਉਹਦੇ ਗੁਣਾਂ ਦਾ ਅੰਤ ਨਹੀਂ ਆ, ਉਹ ਗੁਣਾਂ ਦਾ ਸਮੁੰਦਰ ਆ।
ਤੇ ਕੱਲ ਪਰਸੋਂ ਕਿਹਾ ਸੀ ਵੀ ਸਾਡੇ ਔਗਣਾ ਦਾ ਅੰਤ ਨਹੀਂ, ਅਸੀਂ ਔਗਣਾ ਦੇ ਸਮੁੰਦਰ ਆ। ਉਹ ਗੁਣਾ ਦਾ ਸਮੁੰਦਰ ਆ, ਉਹਦੇ ਗੁਣਾ ਦਾ ਅੰਤ ਨਹੀਂ। ਤੋ ਸਾਧ ਸੰਗਤ ਅੱਗੇ ਹਜ਼ੂਰ ਕਹਿੰਦੇ ਨੇ, ਸਗਲ ਸਰੰਜਾਮ ਕਰੇ ਪ੍ਰਭ ਆਪੇ। ਸਰੰਜਾਮ ਦਾ ਅਰਥ ਹੁੰਦਾ ਜੀ ਪ੍ਰਬੰਧ ਕਰਨਾ, ਉਹਦੀ ਸੇਫਟੀ ਵਾਸਤੇ, ਉਹਦੇ ਬਚਾਅ ਵਾਸਤੇ, ਉਹਦੇ ਵਧਣ ਵਾਸਤੇ ਪ੍ਰਬੰਧ ਕਰਨਾ। ਹੁਣ ਦੇਖੋ ਅਸੀਂ ਇੱਥੇ ਜਨਮ ਲਿਆ ਧਰਤੀ ਤੇ, ਸਾਨੂੰ ਬਚਣ ਵਾਸਤੇ ਹਵਾ ਦੀ ਜ਼ਰੂਰਤ ਸੀ, ਉਹਨੇ ਪ੍ਰਬੰਧ ਕਰ ਦਿੱਤਾ, ਰੁੱਖ ਬਨਸਪਤੀ ਪੈਦਾ ਕਰ ਦਿੱਤੀ। ਸਾਨੂੰ ਭੋਜਨ ਦੀ ਜ਼ਰੂਰਤ ਸੀ ਜੀ, ਰੱਬ ਨੇ ਮਿੱਟੀ ਵਿੱਚ, ਧਰਤੀ ਵਿੱਚ ਸਿਸਟਮ ਬਣਾ ਦਿੱਤਾ, ਅਨਾਜ ਪੈਦਾ ਹੁੰਦਾ। ਇਹ ਉਹਨੇ ਬਚਾਅ ਵਾਸਤੇ ਕੀਤਾ ਨਾ ਜੀ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਉਦੋਂ ਉਹਦੇ ਮੂੰਹ 'ਚ ਦੰਦ ਨਹੀਂ ਸੀ, ਉਹਦਾ ਭੋਜਨ ਦੁੱਧ ਬਣਾ ਦਿੱਤਾ ਰੱਬ ਨੇ, ਆਪੇ ਪ੍ਰਬੰਧ ਕਰੀ ਬੈਠਾ। ਜਦੋਂ ਦੰਦ ਆ ਗਏ, ਉਦੋਂ ਭੋਜਨ ਖਾਣ ਲੱਗ ਪਿਆ। ਜਨਮ ਤੋਂ ਪਹਿਲਾਂ ਉਹ ਨਾੜਵੇ ਰਾਹੀਂ ਭੋਜਨ ਖਾਂਦਾ ਸੀ। ਜਿਵੇਂ ਜਨਮ ਹੋਇਆ 2 ਸਕਿੰਟਾਂ ਬਾਅਦ ਜੇ ਨਾੜਵੇ ਰਾਹੀਂ ਭੋਜਨ ਖਾਏਗਾ ਤੇ ਜ਼ਹਿਰ ਬਣੇਗਾ, ਹੁਣ ਉਹ ਮੂੰਹ ਰਾਹੀਂ ਭੋਜਨ ਖਾਏਗਾ। ਇਹ ਰੱਬ ਨੇ ਆਪੇ ਪ੍ਰਬੰਧ ਕੀਤੇ ਹੋਏ ਆ ਨਾ। ਗੁਰੂ ਕਹਿੰਦੇ ਆ, ਉਹ ਤੁਸੀਂ ਵਿਸ਼ਵਾਸ ਕਰੋ ਤੇ ਭਰੋਸਾ ਕਰੋ, ਸਾਰੇ ਪ੍ਰਬੰਧ ਕਰੀ ਬੈਠਾ ਹੈ। ਉਹ ਵੱਖਰੀ ਗੱਲ ਵੀ ਦੁਨੀਆ ਦੀ ਮਾਇਆ ਵਿੱਚ, ਜੰਜਾਲ ਵਿੱਚ, ਗਲਤਾਨ 'ਚ ਅਸੀਂ ਇੰਨਾ ਫਸ ਗਏ ਆ, ਚਿੱਕੜ ਦੇ ਵਿੱਚ, ਕਿ ਰੱਬ ਤੇ ਭਰੋਸਾ ਜਿਹਾ ਨਹੀਂ ਬਣਦਾ ਸਾਡਾ। ਇਹ ਗੱਲ ਸੱਚੀ ਆ, ਨਹੀਂ ਬਣਦਾ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ। ਕਹਿੰਦੇ ਸਾਰੇ ਮਨੋਰਥ ਹੀ ਪੂਰੇ ਹੋ ਗਏ। ਜੋ ਮਨੋਰਥ ਸੀ ਨਾ, ਜੋ ਸਾਡੇ ਅੰਦਰ ਮਨੋਰਥ ਸੀ, ਜੋ ਟਾਰਗੇਟ ਸੀ, ਜੋ ਏਮ ਸੀ, ਉਹ ਪੂਰਾ ਕਰ ਦਿੱਤਾ ਰੱਬ ਨੇ। ਭਏ ਮਨੋਰਥ ਸੋ ਪ੍ਰਭ ਜਾਪੇ। ਜਿਨੇ ਪ੍ਰਮਾਤਮਾ ਨੂੰ ਜਪਿਆ, ਪ੍ਰਮਾਤਮਾ ਦੇ ਜਾਪ ਕਰਕੇ ਉਹਦੇ ਮਨੋਰਥ ਪੂਰੇ ਹੋ। ਆਓ 1-2 ਮਿੰਟਾਂ ਵਾਸਤੇ ਸਾਧ ਸੰਗਤ ਵਾਹਿਗੁਰੂ 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 ਇਸ ਤੋਂ ਅੱਗੇ ਹਜ਼ੂਰ ਆਖਦੇ ਨੇ
ਅਰਥ ਧਰਮ ਕਾਮ ਮੋਖ ਕਾ ਦਾਤਾ। ਅਰਥ ਧਰਮ ਕਾਮ ਤੇ ਮੋਖ, ਇਹ ਚਾਰ ਪਦਾਰਥ ਆ ਜੀ। ਜਿਵੇਂ ਤਿੰਨ ਤਾਪ ਦੀ ਗੱਲ ਆਉਂਦੀ ਨਾ, ਆਦ ਵਿਆਦ ਉਪਾਦ, ਤਿੰਨਾਂ ਗੁਣਾਂ ਦੀ ਗੱਲ ਆਉਂਦੀ ਹੈ। ਤਿੰਨ ਮਾਇਆ ਦੇ ਗੁਣ ਨੇ, ਰਜੋ ਤਮੋ ਤੇ ਸਤੋ। ਇਸੇ ਤਰ੍ਹਾਂ ਚਾਰ ਪਦਾਰਥਾਂ ਦਾ ਜ਼ਿਕਰ ਆਉਂਦਾ ਹੈ, ਗੁਰਬਾਣੀ ਵਿੱਚ ਵੀ ਆਇਆ। ਚਾਰ ਪਦਾਰਥ ਜੇ ਕੋ ਮੰਗੈ, ਜਿਹੜਾ ਚਾਰ ਪਦਾਰਥ ਚਾਹੁੰਦਾ ਵੀ ਮੈਨੂੰ ਮਿਲ ਜਾਣ, ਸਾਧ ਜਨਾਂ ਕੀ ਸੇਵਾ ਲਾਗੇ। ਜਿਹੜੇ ਸਾਧੂ ਜਾਣੇ ਆ ਨਾ, ਕਹਿੰਦੇ ਉਹਨਾਂ ਨਾਲ ਲੱਗ ਜਾਏ, ਕੋਈ ਜੁੜ ਜਾਏ। ਤੇ ਇੱਥੇ ਸਾਧੂ ਜਨ ਦਾ ਅਰਥ ਹੈ ਗੁਣ, ਕਿਉਂਕਿ ਔਗਣਾ ਨੂੰ ਦੁਸ਼ਟ ਕਿਹਾ, ਦੁਸ਼ਟ ਜਨ, ਭੈੜੇ ਜਨ, ਦੂਤ, ਇਹਨਾਂ ਨੂੰ ਕਹਿਣਾ ਜਿਹੜੇ ਔਗਣ ਨੇ, ਕਾਮ ਕ੍ਰੋਧ। ਤੇ ਜਿਹੜੇ ਗੁਣ ਆ ਉਹ ਸੰਤ ਜਾਣਿਆ ਰੱਬ ਦੇ। ਹੁਣ ਇੱਕ ਬਚਨ ਤੁਸੀਂ ਪੜ੍ਹਦੇ ਹੋ, ਰਾਗੀ ਸਿੰਘ ਕੀ ਸਮਾਪਤੀ ਵੇਲੇ ਪੜ੍ਹਦੇ ਹੁੰਦੇ ਕਈ ਜਗ੍ਹਾ ਤੇ, ਸੰਤ ਜਨਾ ਮਿਲ ਹਰ ਜਸ ਗਾਇਓ। ਕਹਿੰਦੇ ਵੀ ਸੰਤ ਜਨਾਂ ਨਾਲ ਮਿਲ ਕੇ ਰੱਬ ਨੂੰ ਗਾਇਓ, ਰੱਬ ਨੂੰ ਯਾਦ ਕਰਿਓ। ਕਿਹੜੇ ਸੰਤ ਜਨਾਂ ਨਾਲ ਮਿਲ ਕੇ ਜੀ? ਗੁਣਾਂ ਨਾਲ। ਜੇ ਬੰਦੇ ਦਾ ਹਿਰਦਾ ਔਗਣਾ ਨਾਲ ਭਰਿਆ ਤੇ ਰੱਬ ਕਹਿ ਰਿਹਾ ਤੇ ਕੋਈ ਫਾਇਦਾ ਨਹੀਂ। ਹਰ ਹਰ ਕਰੇ ਨਿਤ ਕਪਟ ਕਮਾਵੇ। ਕਹਿੰਦੀ ਵੀ ਰੱਬ ਰੱਬ ਤੇ ਕਰਦਾ ਪਰ ਅੰਦਰ ਕਪਟਿਆ ਤੇ ਹਿਰਦਾ ਸ਼ੁੱਧ ਨਾ ਹੋਈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਵੀ ਬੰਦਾ ਤੇ ਮਿਹਨਤ ਸਹੀ ਕਰ ਰਿਹਾ ਹੈ, ਉਹ ਰੱਬ ਰੱਬ ਕਹਿ ਰਿਹਾ ਹੈ, ਪਰ ਉਹਨੂੰ ਫਾਇਦਾ ਕਿਉਂ ਨਹੀਂ ਹੋਇਆ? ਕਿਉਂਕਿ ਉਹਦਾ ਅੰਦਰ ਸ਼ੁੱਧ ਨਹੀਂ, ਨਿਰਮਲ ਨਹੀਂ, ਅੰਦਰ ਪਾਪ ਨਾਲ, ਬੁਰਾਈ ਨਾਲ ਭਰਿਆ। ਤੇ ਧਿਆਨ ਰੱਖਣਾ, ਹਜ਼ੂਰ ਕਹਿੰਦੇ ਆ ਵੀ ਜਦੋਂ ਤੂੰ ਰੱਬ ਕਵੇਂ, ਤੂੰ ਆਪਣੇ ਆਪ ਨੂੰ ਸ਼ੁੱਧ ਕਰਕੇ ਕਰ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਸ ਤਰ੍ਹਾਂ ਕਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਸਕਦਾ ਹੈ ਤੂੰ। ਜੋ ਚਾਹਤ, ਜੋ ਤੂੰ ਚਾਹੁੰਦਾ ਸੋ ਪਾਇਓ, ਉਹ ਪ੍ਰਾਪਤ ਹੋ ਜਾਏਗਾ। ਤੋ ਸਾਧ ਸੰਗਤ, ਹਜ਼ੂਰ ਕਹਿੰਦੇ ਨੇ ਇਹ ਚਾਰ ਪਦਾਰਥ ਹੈ ਜੀ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇਹ ਚਾਰ ਪਦਾਰਥ ਫਿਰ ਆਪਾਂ ਵਿਆਖਿਆ ਕਰਾਂਗੇ ਇਹਨਾਂ ਦੀ। ਇਹ ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਖ। ਇਹ ਚਾਰ ਪਦਾਰਥ। ਪਰ ਜਿਹੜਾ ਗੁਰਬਾਣੀ ਵਾਲਾ ਸਤ ਸੰਗੀ ਹੈ ਨਾ, ਉਹ ਇਹਨਾਂ ਚਾਰ ਪਦਾਰਥਾਂ ਦੀ ਪਰਵਾਹ ਨਹੀਂ ਕਰਦਾ। ਉਹ ਕੀ ਕਰਦਾ ਹੈ? ਉਹ ਨਾਮ ਹੀਰੇ, ਨਾਮ ਦੇ ਭੋਜਨ ਨੂੰ ਛਕਦਾ ਹੈ। ਉਹਦੀ ਅਵਸਥਾ ਇਸ ਤੋਂ ਅੱਗੇ ਦੀ ਆ। ਇਹ ਇਹਨਾਂ ਅਵਸਥਾਵਾਂ ਤੋਂ ਅੱਗੇ ਨਿਕਲ ਗਿਆ ਹੈ ਬਾਣੀ ਪੜਨ ਵਾਲਾ। ਤੇ ਸਾਧ ਸੰਗਤ ਧਰਮ, ਅਰਥ, ਕਾਮ, ਮੋਖ ਦਾ ਦਾਤਾ। ਤੇ ਕਹਿੰਦੇ ਨੇ ਪੂਰੇ ਭਈ। ਪੂਰੀ ਭਈ ਦਾ ਅਰਥ ਹੈ ਵੀ ਮਿਹਨਤ ਸਫਲੀ ਹੋ ਗਈ। ਉਹਦੀ ਮਿਹਨਤ ਪੂਰੀ ਹੋ ਗਈ ਜੀ, ਕੰਪਲੀਟ ਹੋ ਗਈ, ਸਕਸੈਸ ਹੋ ਗਈ, ਸਫਲ ਹੋ ਗਈ। ਮਿਹਨਤ, ਉਹਦਾ ਮਿਹਨਤ ਦਾ ਮੁੱਲ ਮੁੜ ਗਿਆ। ਕਿਹੜੀ ਮਿਹਨਤ? ਪੂਰੇ ਭਈ ਸਿਮਰ ਸਿਮਰ ਵਿਧਾਤਾ। ਉਹਨੇ ਸਿਮਰਿਆ ਜੀ ਵਿਧਾਤੇ ਨੂੰ। ਵਿਧਾਤਾ ਕੌਣ ਆ? ਪਰਮਾਤਮਾ। ਵਿਧਾਤੇ ਦਾ ਜਿਹੜਾ ਅੱਖਰੀ ਅਰਥ ਆ ਉਹ ਹੈ ਵਿਧੀ ਲਿਖਣ ਵਾਲਾ, ਸਾਡੀ ਕਿਸਮਤ ਲਿਖਣ, ਭਾਗ ਲਿਖਣ ਵਾਲਾ। ਵਿਧਾਤਾ ਸਾਡੀ ਵਿਧ ਲਿਖਣ ਵਾਲਾ। ਜਿਹੜਾ ਵਿਧੀ ਲਿਖ ਸਕਦਾ ਹੈ, ਡਿਲੀਟ ਕਰ ਸਕਦਾ ਹੈ, ਉਹ ਇਹ ਅਥਾਰਟੀ ਰੱਬ ਕੋਲ ਆ। ਤੇ ਜਿਹੜਾ ਇਹ ਕਰਦਾ ਹੈ ਨਾ ਰੱਬ, ਉਹਨੂੰ ਰੱਬ ਦੇ ਬੰਦਿਆਂ ਨੇ ਕਹਿ ਦਿੱਤਾ ਵਿਧਾਤਾ। ਸਿਮਰ ਸਿਮਰ ਵਿਧਾਤਾ। ਜਦੋਂ ਵਿਧਾਤੇ ਦਾ ਸਿਮਰਨ ਕੀਤਾ, ਪੂਰੀ ਭਈ ਉਹਦੀ ਮਿਹਨਤ ਘਾਲਣਾ ਪੂਰੀ ਪੈ ਗਈ। ਭਾਵ ਘਾਲ ਜਿਹੜੀ ਕੀਤੀ ਸੀ ਉਹ ਸਫਲੀ ਹੋ ਗਈ। ਪੂਰੀ ਭਈ ਸਿਮਰ ਸਿਮਰ ਵਿਧਾਤਾ। ਆਖਰੀ ਪੰਕਤੀਆਂ ਨੇ ਜੀ। ਸਾਧ ਸੰਗ ਨਾਨਕ ਰੰਗ ਮਾਣਿਆ। ਹਜ਼ੂਰ ਕਹਿੰਦੇ ਮੈਂ ਨਾਨਕ ਨੇ ਤੇ ਸਾਧ ਸੰਗ ਕਰਕੇ ਰੰਗ ਮਾਣਿਆ, ਰੱਬ ਦਾ ਆਨੰਦ ਮਾਣਿਆ। ਸਤ ਸੰਗਿਓ, ਮੈਂ ਤੇ ਸੰਗ ਕਰ ਕਰਕੇ ਉਹ ਆਨੰਦ ਮਾਣਿਆ। ਸਾਧ ਸੰਗ, ਸਾਧ ਸੰਗ। ਨਾਨਕ, ਨਾਨਕ ਨੇ ਰੰਗ ਮਾਣਿਆ, ਉਹਦਾ ਰੰਗ, ਉਹਦਾ ਪਿਆਰ ਮਾਣਿਆ।
मैं ते ਉਹਦੇ ਪਿਆਰ ਨੂੰ ਮਾਣ ਲਿਆ। ਘਰ ਆਇਆ ਪੂਰੇ ਗੁਰ ਆਣਿਆ, ਕਹਿੰਦੇ ਮੈਂ ਆਪਣੇ ਨਿੱਜ ਘਰ ਵਿੱਚ ਆ ਗਿਆ ਜੀ। हे ਦੁਨੀਆ ਦੇ ਲੋਕੋ, ਤੁਸੀਂ ਵੀ ਆਪਣੇ ਨਿੱਜ ਘਰ ਜਾਣਾ ਹੈ। ਕਿਤੇ 84 ਦੇ ਵਿੱਚ ਹੀ ਨਾ ਭਟਕਦੇ ਰਹੋ, ਦੁਨੀਆ ਦੇ ਪਦਾਰਥਾਂ ਵਿੱਚ ਹੀ ਨਾ, ਕਿਤੇ ਚਿੱਕੜ ਵਿੱਚ ਹੀ ਨਾ ਕਿਤੇ ਖੁੱਬੇ ਰਹੋ। ਤੁਹਾਡਾ ਆਪਣਾ ਘਰ ਜੀ ਇੱਕ। ਤੁਹਾਨੂੰ ਪੰਕਤੀ ਯਾਦ ਹੈ, ਤੁਸੀਂ ਇਹ ਘਰ ਨੂੰ ਜ਼ਰੂਰ ਯਾਦ ਰੱਖਿਆ ਕਰੋ। ਨਿੱਜ ਘਰ ਮਹਿਲ, ਨਿੱਜ ਦਾ ਅਰਥ ਹੈ ਆਪਣਾ। ਸਾਡੇ ਸਾਰਿਆਂ ਦਾ ਨਿੱਜ ਘਰ ਆ, ਆਪਣਾ ਘਰ ਆ। ਨਿੱਜ ਘਰ ਮਹਿਲ, ਉਹ ਮਹਿਲ ਆ, ਉਹ ਮਹੱਲ ਆ। ਇਹ ਨਾ ਸਮਝਣਾ ਵੀ ਕਿ ਛੋਟਾ ਮੋਟਾ ਜਿਹਾ ਘਰ ਆ, ਜੇ ਇੱਥੇ ਛੋਟਾ ਜਿਹਾ ਘਰ ਆ ਉੱਥੇ ਕੀ ਲੈ ਕੇ ਜਾਣਾ ਹੈ, ਕੀ ਕਰਨਾ ਛੋਟੇ ਜਿਹੇ ਘਰ ਨੂੰ। ਗੁਰੂ ਕਹਿੰਦੇ ਨਹੀਂ, ਮਹੱਲ ਜੇ ਬੜਾ ਵੱਡਾ, ਪੈਲਸ ਜੇ ਵੱਡਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਫੇਰਾ ਨਹੀਂ ਹੋਏਗਾ ਤੁਹਾਡਾ ਵੀ ਤੁਹਾਨੂੰ, ਤੁਸੀਂ ਉੱਥੇ ਜਾਓਗੇ ਤੁਹਾਨੂੰ ਕੋਈ ਕੱਢ ਦੇਗਾ ਉੱਥੇ। ਦੁਨੀਆ ਦੇ ਘਰਾਂ, ਆਪਣੇ ਘਰ ਵਿੱਚੋਂ ਵੀ ਨਿਕਲਣਾ ਪੈ ਜਾਂਦਾ। ਆਪਣੇ ਘਰ ਚ ਕੌਣ ਕੱਢੇਗਾ ਜੀ? ਮੇਰਾ ਆਪਣਾ ਘਰ ਤੇ ਮੇਰੇ ਘਰ ਚੋਂ ਮੈਨੂੰ ਕੌਣ ਕੱਢੇਗਾ? ਹੋਰ ਕੋਈ ਕੱਢੇ ਨਾ ਕੱਢੇ, ਪਰ ਜਿਹੜੀ ਮੌਤ ਆਉਂਦੀ ਹੈ ਨਾ, ਉਹ ਕਹਿੰਦੀ ਮੈਂ ਤੈਨੂੰ ਕੱਢ ਕੇ ਰੱਖਾਂਗੀ, ਕੱਢ ਕੇ ਰਵਾਂਗੀ। ਮੌਤ ਕਢਾ ਦਿੰਦੀ। ਤੋ ਸਾਸਨ ਆਖਰੀ ਪੰਕਤੀ ਆ, ਘਰ ਆਇਆ ਪੂਰੇ ਗੁਰ ਆਣਿਆ। ਪੂਰੇ ਗੁਰੂ ਨੇ, ਆਣਿਆਂ ਦਾ ਅਰਥ ਆਂਦਾ, ਲੈ ਕੇ ਆਂਦਾ। ਮੇਰੇ ਗੁਰੂ ਨੇ ਕਿਰਪਾ ਕੀਤੀ, ਮੈਂ ਆਪਣੇ ਨਿੱਜ ਘਰ ਦੇ ਵਿੱਚ ਆ ਗਿਆ ਵਾਂ। ਇਹ ਅੱਜ ਦਾ ਮੁੱਖ ਵਾਕ ਜੀ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤ ਗੁਰੂ ਪਾਤਸ਼ਾਹ ਬਖਸ਼ਣ ਜੋਗ ਬਖਸ਼ ਲੈਣਾ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਪੁਰਖ ਨਿਰਭਉ, ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ